ਮੇਰੇ ਵੀਰੋ ਤੇ ਭੈਣੋ, ਕਾਫੀ ਦਿਨਾਂ ਬਾਅਦ ਫਿਰ ਤੁਹਾਡੇ ਨਾਲ ਮੈਂ ਮੁਲਾਕਾਤ ਕਰ ਰਿਹਾ। ਕਾਰਨ ਇਹ ਨੇ ਕਿ ਜਿਹੜਾ ਕੁਛ ਹੋ ਰਿਹਾ ਸੀ ਆਪਣੇ ਪੰਜਾਬ ਦੇ ਵਿੱਚ, ਕਿਸਾਨ ਅੰਦੋਲਨ, ਹੋਰ ਜਿਹੜੇ ਕੋਵਿਡ ਦੇ ਮਸਲੇ ਸੀ, ਉਹਦੇ ਕਰਕੇ ਥੋੜ੍ਹੀ ਡਿਲੇ ਹੋਈ ਹੈ। ਔਰ ਮੈਂ ਇਹਦੀ ਮਾਫੀ ਚਾਹੁੰਦਾ ਕਿਉਂਕਿ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਕਿ ਹਰ ਹਫਤੇ ਤੁਹਾਡੇ ਨਾਲ ਮੈਂ ਗੱਲ ਕਰਾਂਗਾ। ਪਹਿਲੀ ਗੱਲ ਮੇਰਾ ਖਿਆਲ ਜਿਹੜੀ ਤੁਸੀਂ ਸੁਣਨਾ ਚਾਹੋਗੇ ਕਿ ਇੱਕ ਕਿਸਾਨੀ ਦਾ ਜਿਹੜਾ ਕੁਛ ਮਸਲਾ ਚੱਲਿਆ ਹੋਇਆ। ਦੇਖੋ, ਪੰਜਾਬ ਦੀ ਜਿਹੜੀ ਧਰਤੀ ਹੈ ਇਸ ਦੇਸ਼ ਨੂੰ ਅੰਨ ਖਵਾਉਂਦੀ ਹੈ, ਔਰ ਪੰਜਾਬ ਦੇ ਜਿਹੜੇ ਲੋਕ ਨੇ ਉਹ ਹਿੰਮਤ ਨਾਲ ਉਹ ਪੈਦਾਵਾਰ ਕਰਦੇ ਨੇ ਆਪਣੇ ਜਿਹੜਾ ਕੁਛ ਵੀ ਅੰਨ ਹੈ ਜੋ ਦੇਸ਼ ਨੂੰ ਚਾਹੀਦਾ, ਚਾਹੇ ਝੋਨਾ ਹੋਇਆ, ਚਾਹੇ ਕਣਕ ਹੋਈ, ਚਾਹੇ ਕੋਈ ਹੋਰ ਫਸਲਾਂ ਹੋਈਆਂ। ਔਰ ਇਹ ਸ਼ੁਰੂ ਤੋਂ ਇਹ ਸਾਡੇ ਪੰਜਾਬ ਦੀ ਇਹ ਜਿਹੜੀ ਪੈਦਾਵਾਰ ਹੈ ਇਸ ਦੇਸ਼ ਨੂੰ ਅੰਨ ਦਿੰਦੀ ਰਹੀ। ਉਦੋਂ ਵੀ ਜਦੋਂ ਸਾਡੇ ਕੋਲ ਕੋਈ ਅੰਨ ਦੀ ਘਾਟ ਹੁੰਦੀ ਸੀ, ਅਸੀਂ ਮਹਿਸੂਸ ਕਰਦੇ ਸੀ, ਦੇਸ਼ ਕਾਲ ਵੀ ਆਉਂਦੇ ਸੀ ਇੱਥੇ। ਔਰ ਇਹ ਲੋਕ ਜਿਹੜੇ ਇਹ ਆਪਾਂ ਨੂੰ ਬਾਹਰਲੇ ਮੁਲਕਾਂ ਤੋਂ ਸਾਨੂੰ ਕਣਕਾਂ ਦੇ ਜਿਹੜਾ ਕੁਛ ਸਾਨੂੰ ਮਿਲਦਾ ਸੀ, ਆਪਣੇ ਲੋਕਾਂ ਨੂੰ ਅੰਨ ਖਵਾਉਣ ਵਾਸਤੇ ਅਸੀਂ ਲੈ ਕੇ ਆਉਂਦੇ ਸੀ। ਫਿਰ ਉਹ ਗ੍ਰੀਨ ਰੈਵੋਲਿਊਸ਼ਨ ਚੱਲਿਆ, ਔਰ ਉਸ ਤੋਂ ਬਾਅਦ ਬਾਹਰੋਂ ਲਿਆਉਣ ਤੋਂ ਇਹ ਜਿਹੜੀ ਰੁਕਾਵਟ ਆ ਗਈ, ਉਹ ਆਈ ਇਸ ਲਈ ਕਿਉਂਕਿ ਪੰਜਾਬ ਦੀ ਖੇਤੀ ਬੜੀ, ਸਾਡੀ ਚੌਲ ਵੀ ਵਧੇ। ਸਾਡੇ ਚੌਲ ਇੱਥੇ ਕੌਣ ਖਾਂਦਾ ਸੀ? ਕੋਈ ਵੀ ਨਹੀਂ ਖਾਂਦਾ ਸੀ। ਕਦੇ ਕਦੇ ਖੀਰ ਕੋਈ ਖਾ ਲੈਂਦਾ ਸੀਗਾ, ਲੇਕਿਨ ਆਮ ਤੌਰ 'ਤੇ ਚੌਲ ਦੀ ਸਾਡੀ ਖੇਤੀ ਨਹੀਂ ਹੁੰਦੀ ਸੀ। ਲੇਕਿਨ 1967 ਤੋਂ ਬਾਅਦ ਜਦੋਂ ਇਹ ਗ੍ਰੀਨ ਰੈਵੋਲਿਊਸ਼ਨ ਆਇਆ, ਫਿਲੀਪੀਨ ਤੋਂ ਚੌਲ ਆਏ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਅਤੇ ਉਹਨਾਂ ਨੇ ਨਵੀਂ ਵਰਾਇਟੀਆਂ ਘੜੀਆਂ। ਔਰ ਉਹਨਾਂ ਨੇ, ਮੈਨੂੰ ਤੁਹਾਨੂੰ ਯਾਦ ਨਹੀਂ, ਜਿਹੜੇ ਤੁਹਾਡੇ ਉਰੇ ਬੈਠੇ ਹੋਣਗੇ ਬਜ਼ੁਰਗ ਸੁਣਦੇ ਇਸ ਗੱਲ ਨੂੰ, ਕਿ ਇੱਕ IR8 ਆਈ ਸੀ ਪਹਿਲਾਂ, IR8 ਨੇ ਸ਼ੁਰੂ ਕੀਤਾ। ਫਿਰ ਕਣਕਾਂ ਆਈਆਂ ਸੀਆਂ। ਕਣਕ ਕਿਹੜੀ ਆਈ ਸੀ? ਉਹ ਲਾਲ ਕਣਕ PV18 ਹੁੰਦੀ ਸੀ, ਮੈਨੂੰ ਉਹ ਵੀ ਯਾਦ ਹੈ ਉਸ ਜ਼ਮਾਨੇ ਦੀ। ਔਰ ਉੱਥੋਂ ਨਵੀਆਂ ਵਰਾਇਟੀਆਂ ਆ ਗਈਆਂ। ਹੁਣ ਹਰ ਸਾਲ ਹੀ ਨਵੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋਈ ਕੱਢਦੀ ਰਹਿੰਦੀ ਹੈ। ਲੇਕਿਨ ਇਹ ਸੀ ਪੰਜਾਬ ਦੀ ਹਿੰਮਤ। ਔਰ ਆਪਣੇ ਪੰਜਾਬ ਹੈ ਕਿੱਡਾ? 2% ਦੀ ਹਿੰਦੁਸਤਾਨ ਦੀ ਧਰਤੀ, 2% ਦੀ ਹਿੰਦੁਸਤਾਨ ਦੇ ਲੋਕ, ਔਰ ਅਸੀਂ 40% ਦੀ ਅੰਨ ਦਾ ਭੰਡਾਰ ਭਰਦੇ ਨੇ। ਔਰ ਫਿਰ ਜੋ ਸਾਡਾ ਤਰੀਕਾ ਸੀ ਚੱਲਣ ਦਾ ਔਰ ਮੰਡੀਆਂ ਦਾ, ਜੋ ਇੱਕ ਸਿਸਟਮ ਬਣ ਗਿਆ ਸੀ ਇਹਨੇ 70, 80, 90 ਸਾਲਾਂ ਤੋਂ, ਕਿ ਸਾਡੇ ਆੜ੍ਹਤੀਏ ਹੁੰਦੇ ਸੀ, ਔਰ ਤੁਸੀਂ ਆੜ੍ਹਤੀਆਂ ਕੋਲ ਜਾਂਦੇ ਸੀ, ਆਪਣੀ ਫਸਲ ਵੇਚਦੇ ਸੀ, ਉਹਨਾਂ ਤੋਂ ਪੈਸੇ ਲਿਆਉਂਦੇ ਸੀ। ਜੋ ਕੁਛ ਉਹ ਤੁਹਾਡੇ ਇੱਕ ਰਿਸ਼ਤਾ ਸੀਗਾ ਆੜ੍ਹਤੀਏ ਦਾ ਔਰ ਕਿਸਾਨ ਦਾ, ਉਹ ਇਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਨੂੰ ਖ਼ਤਮ ਕਰਾਂਗੇ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਅਗਰ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਕਰੋ, ਲੇਕਿਨ ਇਹ ਤਾਂ ਨਾ ਕਰੋ ਕਿ ਜਿਹੜੇ ਸਿਸਟਮ ਇੱਕ ਚੱਲਿਆ ਆਉਂਦਾ ਹੈ, ਇੱਕ ਪਰਿਵਾਰਿਕ ਸਾਂਝ ਹੈ, ਉਹ ਨਾ ਤੋੜਨ ਦੀ ਤੁਸੀਂ ਕਿਉਂ ਕੋਸ਼ਿਸ਼ ਕਰਿਓ। ਇਸ ਕਰਕੇ ਪੰਜਾਬ ਦਾ ਕਿਸਾਨ ਉੱਠਿਆ ਕਿ ਸਾਡੀ ਤੁਸੀਂ ਆੜ੍ਹਤੀਆ ਸਿਸਟਮ ਖਤਮ ਕਰ ਰਹੇ ਹੋ। ਤੁਸੀਂ ਆਪਣੇ ਜਿਹੜੇ ਬਾਹਰਲੇ ਵਿਦੇਸ਼ਾਂ ਤੋਂ ਆਉਂਦੇ ਨੇ ਖਰੀਦਣ ਵਾਸਤੇ, ਕੋਈ ਤਾਂ ਨਹੀਂ ਕਹਿੰਦਾ ਤੁਸੀਂ ਨਾ ਖਰੀਦੋ। ਅਗਰ ਕੋਈ ਆ ਕੇ ਉਰੇ ਖਰੀਦੇ ਔਰ ਉਹਦੇ ਨਾਲ ਕਿਸਾਨ ਦਾ ਭਾਅ ਚੜ੍ਹਦਾ ਹੈ, ਉਹ ਤਾਂ ਕਿਸਾਨ ਦਾ ਫਾਇਦਾ ਹੁੰਦਾ ਹੈ। ਲੇਕਿਨ ਸਿਸਟਮ ਜਿਹੜਾ ਚੱਲਿਆ ਉਹ ਤਾਂ ਨਾ ਖਤਮ ਕਰੋ ਤੁਸੀਂ, ਜਿਹੜਾ ਰਿਸ਼ਤਾ ਹੈ ਉਹ ਤਾਂ ਨਾ ਤੋੜੋ ਤੁਸੀਂ। ਔਰ ਇਸ ਵਾਸਤੇ ਇੱਥੇ ਕਿਸਾਨ ਇਹਦੇ ਨਾਲ ਔਖੇ ਹੋਏ। ਫਿਰ ਸਾਡੇ ਮੰਡੀ ਦਾ ਜਿਹੜਾ ਸਾਡਾ ਮੰਡੀ ਬੋਰਡ ਦੀ ਫੀਸ ਲੱਗਦੀ ਸੀ, ਉਹ ਕਿਸ ਵਾਸਤੇ ਜਾਂਦੀ ਸੀ? ਉਹ ਫੀ 2 ਜਾਂ 3% ਫੀ ਹੁੰਦੀ ਸੀ। ਉਹ ਥੋੜ੍ਹਾ ਆਪਣੀ ਲਿੰਕ ਰੋਡ 60,000 ਕਿਲੋਮੀਟਰ, ਸਾਡੇ 65,000 ਕਿਲੋਮੀਟਰ ਸਾਡੀ ਲਿੰਕ ਰੋਡ ਨੇ, ਉਹਨਾਂ ਦੀ ਮੁਰੰਮਤ ਹੁੰਦੀ ਸੀ। ਹਰ 5 ਸਾਲ ਤੋਂ ਬਾਅਦ ਅਸੀਂ ਉਹਦੀ ਮੁਰੰਮਤ ਕਰਦੇ ਸੀ। ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਹੁੰਦੀ ਸੀ ਉਹ ਵੀ ਨਾਲ ਉਹਦੇ ਹੁੰਦੀ ਸੀ। ਹੁਣ ਇਹ ਕਿਉਂ ਅਸੀਂ ਇਹਦੇ ਕਰਕੇ, ਹੁਣ ਅਗਰ ਇਹ ਬੰਦ ਹੋ ਜਾਏ ਤਾਂ ਫਿਰ ਸਾਡੀ ਪਿੰਡਾਂ ਦੀ ਡਿਵੈਲਪਮੈਂਟ ਆਪਾਂ ਕੈਸੇ ਕਰਾਂਗੇ? ਇਹ ਸੀ। ਤਾਂ ਇਸ ਕਿਸਮ ਦੀਆਂ ਚੀਜ਼ਾਂ ਸੀਆਂ ਜਿਹੜੀਆਂ ਚੱਲਦੀਆਂ ਆਈਆਂ ਨੇ। ਔਰ ਕਦੇ ਵੀ ਹੁਣ MSP ਕਿੰਨੇ ਦਿਨ ਸਾਲਾਂ ਤੋਂ ਚੱਲ ਰਹੀ ਹੈ। ਕਦੇ ਕਿਸੇ ਨੇ MSP ਨੂੰ ਰੋਕਿਆ ਜਾਂ ਕਿਸੇ ਕਿਸਾਨ ਨੇ ਸੋਚਿਆ ਵੀ? ਕਿਉਂਕਿ ਰੋਕਣ ਦੀ ਤਾਂ ਕਦੇ ਸੰਭਾਵਨਾ ਹੀ ਨਹੀਂ ਸੀ। ਪਰ ਔਰ ਕਿਸੇ ਕਿਸਾਨ ਨੂੰ ਸੋਚਣ ਦੀ ਲੋੜ ਹੀ ਨਹੀਂ ਪਈ, ਕਿਉਂਕਿ ਕਾਂਗਰਸ ਸਰਕਾਰ ਜਦੋਂ ਵੀ ਆਉਂਦੀ ਸੀ, ਹਰ ਵੇਲੇ ਚਾਹੇ 5 ਰੁਪਏ ਵਧਾਏ, 10 ਰੁਪਏ ਬਜਾਏ 50% ਰੁਪਏ ਬਜਾਏ ਜਾਂ 100 ਰੁਪਏ ਵਧਾਏ ਹਰ ਸਾਲ। ਔਰ ਇੱਕ MSP ਚੱਲਦੀ ਰਹੀ। ਉਹ MSP ਨੂੰ ਹੁਣ ਬੰਦ ਕਰਨ ਦਾ ਇੱਕ ਆਵਾਜ਼ ਚੱਲ ਪਈ ਕਿ MSP ਬੰਦ ਹੋ ਜਾਣੀ, ਕਿਉਂਕਿ ਇਹਨਾਂ ਨੇ ਇੱਕ ਸ਼ਾਂਤਾ ਕਮੇਟੀ ਰਿਪੋਰਟ ਬਿਠਾਈ ਸੀ। ਸ਼ਾਂਤਾ ਕੁਮਾਰ ਹੁੰਦੇ ਸੀਗੇ ਮੁੱਖ ਮੰਤਰੀ ਹਿਮਾਚਲ ਦੇ। ਉਹਨਾਂ ਨੇ ਰਿਪੋਰਟ 'ਚ ਕਿਹਾ ਕਿ FCI ਨੂੰ ਖਤਮ ਕਰ ਦਿਓ। ਅਗਰ FCI ਨੂੰ ਖਤਮ ਕਰ ਦਿਓਗੇ ਤੁਸੀਂ, ਫਿਰ ਤੁਹਾਡੀ ਪ੍ਰਾਈਸ ਸਪੋਰਟ ਕੌਣ ਕਰੂਗਾ? MSP ਦਾ ਸਪੋਰਟ ਕੌਣ ਕਰੂਗਾ? ਔਰ ਇਹ ਨਹੀਂ ਸਿਰਫ,
ਉਹ ਜਿਹੜੀ MSP ਉਹ ਜਿਹੜੀ ਫੂਡ ਕਾਰਪੋਰੇਸ਼ਨ ਇਹ ਆਪਣੇ ਚੌਲ ਜਾਂ ਆਪਣੇ ਝੋਨਾ ਜਾਂ ਆਪਣੀ ਕਣਕ ਖਰੀਦਦੇ ਸੇ ਉਹ ਅੱਗੇ ਜਾਂਦੀ ਸੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਾਸਤੇ, PDS ਨੂੰ ਜਿਹਨੂੰ ਕਹਿੰਦੇ ਸੀ। PDS ਕੀ, ਜਿਹੜੇ ਗਰੀਬ ਆਪਣੇ ਬਹੁਤ ਗਰੀਬ ਨੇ ਇਸ ਦੇਸ਼ ਦੇ ਵਿੱਚ, ਉਹਨਾਂ ਨੂੰ ਅੰਨ ਖਵਾਉਣ ਵਾਸਤੇ ਅਸੀਂ PDS ਸਿਸਟਮ ਰੱਖਿਆ ਸੀ। ਤੋ FCI ਫੂਡ ਮਿਨਿਸਟਰੀ ਦੇ ਅਧੀਨ ਗਵਰਨਮੈਂਟ ਆਫ ਇੰਡੀਆ ਦੇ ਹੁੰਦੀ ਸੀ, ਔਰ ਉਹ ਅੱਗੇ ਆਪਣੀ PDS ਸਿਸਟਮ ਆਪਣੇ ਲੋਕਾਂ ਨੂੰ ਪੂਰੇ ਹਿੰਦੁਸਤਾਨ 'ਚ ਅੰਨ ਖਵਾਉਣ ਵਾਸਤੇ ਭੇਜਦੇ ਸੀ। ਉਹ ਵੀ ਤੁਸੀਂ ਸਿਸਟਮ ਬੰਦ ਕਰ ਦੋਗੇ। ਤੋ ਇਹ ਸਾਰੀਆਂ ਗੱਲਾਂ ਜਦ ਇੱਕ ਵਾਰ ਉਭਰੀਆਂ ਤਾਂ ਕਿਸਾਨ ਉੱਠਿਆ, ਔਰ ਇਹਨਾਂ ਨੇ ਕੀਤਾ ਕਿ ਇਹ ਆਰਡੀਨੈਂਸ ਲਿਆਏ। ਪਹਿਲਾਂ ਆਰਡੀਨੈਂਸ ਕੀ ਹੁੰਦਾ ਹੈ ਕਿ ਜਦੋਂ ਅਸੈਂਬਲੀ ਸੈਸ਼ਨ ਦੇ ਵਿੱਚ ਨਾ ਜਾਂ ਪਾਰਲੀਮੈਂਟ ਸੈਸ਼ਨ ਦੇ ਵਿੱਚ ਨਾ ਹੋਵੇ ਤਾਂ ਕੋਈ ਸਰਕਾਰ ਕੁਛ ਇਹੋ ਜਿਹੀ ਚੀਜ਼ ਕਰਨਾ ਚਾਹੁੰਦੀ ਹੈ ਜਿਹੜੀ ਬਾਅਦ 'ਚ ਪਾਰਲੀਮੈਂਟ ਚਲੇ ਜਾਈ, ਲੇਕਿਨ ਪਹਿਲਾਂ ਹੀ ਉਹ ਕਾਨੂੰਨ ਬਣਾ ਲੈਂਦੀ ਹੈ, ਉਹਨੂੰ ਆਰਡੀਨੈਂਸ ਕਹਿੰਦੇ ਨੇ। ਉਹ ਆਰਡੀਨੈਂਸ ਉਹਨਾਂ ਨੇ ਇਹ ਕਿਸਾਨੀ 'ਤੇ ਕਰਤਾ, MSP ਚੱਕਤੀ, ਸਭ ਕੁਝ ਚੱਕਤਾ ਇਹਦੇ ਜੋ ਅੱਜ ਲੋਕ ਅੱਜ ਉਸ 'ਤੇ ਔਖੇ ਨੇ। ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਪਾਰਲੀਮੈਂਟ ਵਿੱਚ ਬਿੱਲ ਲਿਆ ਕੇ ਬਿੱਲ ਪਾਸ ਕਰਤਾ। ਅਸੀਂ ਉਦੋਂ ਵੀ ਕਿਹਾ ਸੀ, ਆਹ ਦੇਖੋ ਮੇਰੇ ਕੋਲ ਤਰੀਕਾ ਨੇ, ਮੇਰੇ ਕੋਲ ਆਰਡੀਨੈਂਸ ਆਈ 5 ਜੂਨ ਨੂੰ, ਔਰ ਆਲ ਪਾਰਟੀ ਮੀਟਿੰਗ ਮੈਂ ਔਰ ਸੱਦੀ ਉਸ ਤੋਂ ਕੁਝ ਦਿਨਾਂ ਬਾਅਦ ਸਾਰੇ ਪਾਰਟੀ ਪੰਜਾਬ ਦੇ ਪਾਰਟੀਆਂ ਨੂੰ ਸੱਦਿਆ ਕਿ ਤੁਸੀਂ ਆਓ ਔਰ ਆਪਾਂ ਇਹਦੇ 'ਤੇ ਬਹਿਸ ਕਰੀਏ ਕਿ ਇਹ ਕਿਆ ਕਰ ਰਹੇ ਨੇ, ਇਹ ਪੰਜਾਬ ਦਾ ਇਹਦੇ 'ਚ ਨੁਕਸਾਨ ਬੜਾ ਹੋ ਜਾਣਾ ਹੈ। ਔਰ ਉਹਦੇ ਵਿੱਚ ਅਕਾਲੀ ਦਲ ਆਇਆ, ਪਰ ਕੁਛ ਕਿਸਮ ਦੀਆਂ ਬਿਲਕੁਲ ਇਹੋ ਜਿਹੀ ਗੱਲਾਂ ਕੀਤੀਆਂ ਉਹਨਾਂ ਨੇ ਜੈਸੇ ਕਿ ਉਹ ਸਮਝਦੇ ਸੀ ਕਿ ਜੈਸੇ ਕਿ ਉਹ ਸਰਕਾਰ ਦੀ ਸਪੋਰਟ ਕਰਨਾ ਚਾਹੁੰਦੇ, ਗਵਰਨਮੈਂਟ ਆਫ ਇੰਡੀਆ ਦੀ ਸਪੋਰਟ ਕਰਨਾ ਚਾਹੁੰਦੇ ਨੇ, ਇਹ ਆਰਡੀਨੈਂਸ ਦੇ ਹੱਕ 'ਚ ਬੋਲਣਾ ਚਾਹੁੰਦੇ ਨੇ। ਔਰ ਇਹ ਕਿਉਂ? ਜਿਹੜਾ ਇਹਨਾਂ ਦੇ ਮਿਨਿਸਟਰ ਸੀ ਹਰਸਿਮਰਤ ਬਾਦਲ, ਉਹ ਬੈਠੀ ਸੀ ਉਸ ਕੈਬਨਿਟ ਵਿੱਚ ਜਿੱਥੇ ਇਹ ਆਰਡੀਨੈਂਸ 'ਤੇ ਘੜੇ ਗਏ ਸੀ ਔਰ ਫੈਸਲਾ ਕੀਤਾ ਸੀ, ਔਰ ਇਹਨੇ ਵੀ ਉੱਥੇ ਹਾਂ ਕੀਤੀ ਸੀ। ਇੱਥੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪਤਾ ਨਹੀਂ ਕਿਸਾਨ ਕਿਉਂ ਖਿਲਾਫ ਨੇ, ਉਹ ਤਾਂ ਇਹਦੇ ਨਵੇਂ ਕਾਨੂੰਨ ਨੇ ਉਹਨਾਂ ਦੇ ਹੱਕ 'ਚ ਨੇ। ਇੱਥੇ ਅਕਾਲੀ ਦਲ ਦੀ ਆਪਣੇ ਜਦ ਉਹਨਾਂ ਨੇ ਉੱਥੇ ਆਲ ਇੰਡੀਆ ਉਸ ਆਲ ਪਾਰਟੀ ਮੀਟਿੰਗ 'ਚ ਆਪਣੀ ਗੱਲਾਂ ਕਹਿ ਕੇ ਉਹ ਜਦ ਚਲੇ ਗਏ, ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਅਕਾਲੀ ਦਲ ਇਹਨਾਂ ਦੇ ਹੱਕ ਦੇ ਵਿੱਚ, ਸੈਂਟਰ ਦੀ ਸਰਕਾਰ ਦੇ ਆਰਡੀਨੈਂਸਾਂ ਦੇ ਹੱਕ ਦੇ ਵਿੱਚ ਔਰ ਬਿੱਲ ਦੇ ਵਿੱਚ ਹੋਊਗਾ। ਮੈਂ ਫਿਰ ਉਸ ਤੋਂ ਬਾਅਦ ਕਿਸਾਨ ਯੂਨੀਅਨਸ ਨਾਲ ਮੈਂ ਗੱਲ ਕੀਤੀ, ਫਿਰ ਅਸੀਂ ਉਹਨਾਂ ਨੂੰ ਦੁਬਾਰਾ ਆਲ ਪਾਰਟੀ ਮੀਟਿੰਗ ਸੱਦੀ, ਉਹਦੇ ਵਿੱਚ ਵੀ ਉਦੋਂ ਅਕਾਲੀ ਦਲ ਨਹੀਂ ਆਇਆ। ਔਰ ਫਿਰ ਅਸੀਂ ਅਸੈਂਬਲੀ ਸੱਦੀ, ਅਸੈਂਬਲੀ ਦੇ ਵਿੱਚ ਇਹਦੇ 'ਚ ਪੂਰੀ ਬਹਿਸ ਹੋਈ ਸੀ, ਔਰ ਉਦੋਂ ਵੀ ਅਕਾਲੀ ਦਲ ਬਹਾਨਾ ਮਾਰ ਕੇ ਬਾਹਰ ਚਲਾ ਗਿਆ, ਉਹਦੇ ਆਪਣੇ ਹੱਕ 'ਚ ਨਹੀਂ ਬੋਲੇ। ਫਿਰ ਜਦੋਂ ਵੋਟਿੰਗ ਹੋਈ ਸੀ ਫਿਰ ਆ ਗਏ ਵਿੱਚ, ਔਰ ਵੋਟ ਸਾਡੇ ਨਾਲ ਪਾਤੀ। ਹੁਣ ਇਹਨਾਂ ਦੇ ਦੇਖ ਲਓ, ਕਦੇ ਕੁਛ ਕਦੇ ਕੁਛ। ਆਮ ਆਦਮੀ ਪਾਰਟੀ ਔਰ ਅਕਾਲੀ ਦਲ ਨੇ ਉੱਥੇ ਪਾਰਲੀਮੈਂਟ ਤੇ ਅਸੈਂਬਲੀ ਦੇ ਵਿੱਚ ਸਾਡੇ ਨਾਲ ਸਹਿਮਤ ਹੋ ਕੇ ਆਪਣੀ ਵੋਟ ਪਾਈ। ਸਾਡੇ ਨਾਲ ਫਿਰ ਗਏ ਗਵਰਨਰ ਸਾਹਿਬ ਕੋਲ, ਔਰ ਉਹ ਬਿੱਲ ਦੀ ਕਾਪੀ ਅਸੀਂ ਫੜਾ ਕੇ ਆਏ ਕਿ ਅਸੈਂਬਲੀ ਨੇ ਪਾਸ ਕਰ ਦਿੱਤਾ, ਹੁਣ ਸਾਡੇ ਵੱਲੋਂ ਐਕਟ ਬਣ ਗਿਆ। ਗਵਰਨਰ ਸਾਹਿਬ ਤੁਸੀਂ ਹੁਣ ਇਸ ਨੂੰ ਰਾਸ਼ਟਰਪਤੀ ਜੀ ਕੋਲ ਭੇਜੋ ਔਰ ਉਸ ਨੂੰ ਕਰਵਾਓ। ਉਹਦੇ ਨਾਲ ਗਏ, ਅਗਲੇ ਦਿਨ ਦੋਨੋਂ ਹੀ ਮੁੱਕਰ ਗਏ, ਆਮ ਆਦਮੀ ਵੀ ਮੁੱਕਰ ਗਿਆ ਔਰ ਇਹ ਵੀ ਮੁੱਕਰ ਗਏ ਅਕਾਲੀ, ਕਿ ਨਹੀਂ ਜੀ ਅਸੀਂ ਨਹੀਂ ਇਹਦੇ ਹੱਕ 'ਚ, ਇਹ ਬਿੱਲ ਦੇ ਹੱਕ 'ਚ ਨਹੀਂ, ਅਸੀਂ ਪਾਰਲੀਮੈਂਟ ਇਸ ਅਸੈਂਬਲੀ ਦੇ ਹੱਕ 'ਚ ਨਹੀਂ। ਇਹ ਰੋਜ਼ ਇਹ ਕੇਜਰੀਵਾਲ ਦਿੱਲੀ ਵਾਲਾ ਔਰ ਦੂਜਾ ਇਹ ਆਪਣਾ ਭਗਵੰਤ ਮਾਨ ਔਰ ਸੁਖਬੀਰ ਬਾਦਲ ਇੱਕੋ ਹੀ ਗੱਲ ਕਹਿੰਦੇ ਨੇ ਕਿ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ ਜੀ। ਇਹ ਜਿਹੜਾ ਫੈਸਲਾ ਕੀਤਾ ਸੀ ਦਿੱਲੀ ਨੇ ਔਰ ਇੱਕ ਕਮੇਟੀ ਬਣਾਈ ਸੀ ਫੈਸਲੇ ਕਰਾਉਣ ਵਾਸਤੇ, ਉਹਦੇ ਵਿੱਚ ਕਾਂਗਰਸ ਦੀ ਸਰਕਾਰ, ਪੰਜਾਬ ਸਰਕਾਰ ਵੀ ਉਹਦੇ ਹਿੱਸੇਦਾਰ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਵਾਰ, ਇਹ ਟੋਟਲ ਝੂਠ ਹੈ। ਹੋਇਆ ਕੀ, ਇੱਕ ਸਰਕਾਰ, ਸੈਂਟਰ ਸਰਕਾਰ ਨੇ ਇੱਕ ਕਮੇਟੀ ਬਿਠਾਈ, ਉਹਦੇ ਵਿੱਚ ਕਮੇਟੀ ਦੇ ਵਿੱਚ ਉਹਨਾਂ ਨੇ ਕੁਝ ਸੂਬਿਆਂ ਨੂੰ ਪਾਇਆ ਔਰ ਕੁਝ ਆਪਣੇ ਬੰਦੇ ਸੀ ਉਹਨਾਂ ਦੇ, ਉਹਦੇ ਵਿੱਚ ਪੰਜਾਬ ਮੈਂਬਰ ਨਹੀਂ ਸੀ। ਆਹ ਹੈ ਇਹਦੀ ਕਮੇਟੀ ਦੀ ਜਿਹੜੀ ਇਹਨਾਂ ਨੇ ਇਸ ਵੇਲੇ ਗਵਰਨਮੈਂਟ ਆਫ ਇੰਡੀਆ ਨੇ ਬਣਾਈ ਸੀ। ਮੈਂ ਪੜ੍ਹ ਕੇ ਸੁਣਾ ਦਿੰਦਾ। High powered Committee of Chief Ministers constituted for Transformation for Indian Agriculture. Maharashtra CM Devendra Fadnavis to be the convener. CMs of Karnataka, Haryana, Arunachal Pradesh, Gujarat, UP, Madhya Pradesh, and Union Minister of Agriculture, RD and Panchayati Raj to be the members. Punjab,
ਕਿਤੇ ਨਹੀਂ ਇਹਦੇ ਵਿੱਚ ਨਾ ਉਹਨਾਂ ਦਾ। ਮੈਂਬਰ ਨੀਤੀ ਆਯੋਗ ਰਮੇਸ਼ ਚੰਦ ਟੂ ਬੀ ਦ ਮੈਂਬਰ ਸੈਕਟਰੀ। ਕਮੇਟੀ ਟੂ ਡਿਸਕਸ ਮੈਜਰਸ ਫॉर ਟਰਾਂਸਫॉर्मेशन ऑफ एग्रीकल्चर एंड रेजिंग फार्मर्स इनकम। ਇਹ ਸੀ ਕਿਸੇ ਹੋਰ ਕੰਮ ਵਾਸਤੇ। Modalities for adoption and time-bound implementation of agricultural sector reforms to be suggested by the committee. Committee to submit its report in 2 months. ਦੱਸੋ ਕਿਤੇ ਪੰਜਾਬ ਦਾ ਨਾਮ ਹੈ ਇਸ 'ਚ? ਫਿਰ ਮੈਨੂੰ ਇਸ 'ਤੇ ਚਿੱਠੀ ਲਿਖਣੀ ਪਈ ਕਿ ਸਭ ਤੋਂ ਜ਼ਿਆਦਾ ਪੈਦਾਵਾਰ ਪੰਜਾਬ ਕਰਦਾ, ਸਾਨੂੰ ਕਿਉਂ ਨਹੀਂ ਤੂੰ ਛੱਡਿਆ? ਉਹ ਉਦੋਂ ਤਾਈਂ ਇਹਦੀ ਕਮੇਟੀ ਦੀ ਪਹਿਲੀ ਮੀਟਿੰਗ ਹੋ ਚੁੱਕੀ ਸੀ। ਇਹ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। ਸੈਕਿੰਡ ਫਿਰ ਮੈਂ ਦੱਸਣਾ ਚਾਹੁੰਦਾ ਉਸ ਮੀਟਿੰਗ ਦੂਜੀ ਮੀਟਿੰਗ 'ਚ ਮਨਪ੍ਰੀਤ ਬਾਦਲ ਦੀ ਇਹ ਜੋ ਉੱਥੇ ਮਿਨਟਸ ਨੇ ਉਸ ਮੀਟਿੰਗ ਦੇ, ਜਿਹੜੀ ਮੀਟਿੰਗ ਹੋਈ ਸੀ 26 ਅਗਸਤ ਨੂੰ, ਉਹਦੇ ਵਿੱਚ ਮਿਨਟਸ ਨੇ। ਪਹਿਲਾਂ ਬੋਲੇ ਸੀ ਕੋਈ ਹੋਰ ਚੀਫ ਮਿਨਿਸਟਰ, ਫਿਰ ਫਾइनेंस मिनिस्टर पंजाब, ਜਿਹਨੇ ਇਹ ਕਿਹਾ ਸੀ कि Punjab is considered a food basket of India. The emphasis of the state government has been on production and productivity during last 50 years. And now the state government is focusing on farmers' welfare. In view of our population of more than 1.3 billion, the food and nutrition security is a prime concern, and no country in the world can supplement for food and nutrition security of India in case of deficit. He cautioned against dilution of any policy that negatively affects sustainable food security. And then he said this much, and ਆ ਦੇਖ ਲਓ ਆ ਉਰੇ ਤੱਕ। ਫਿਰ ਖੱਟਰ ਬੋਲਿਆ ਸੀ ਇਸ ਤੋਂ ਬਾਅਦ। ਤਾਂ ਇੰਨਾ ਪੁਆਇੰਟ ਸੀ ਜਿਹੜਾ ਮਿਸਟਰ ਬਾਦਲ ਨੇ ਆਪਣੀ ਸੈਕਿੰਡ ਮੀਟਿੰਗ ਤੋਂ ਬਾਅਦ ਕਿਹਾ on issues related to financial matters. ਔਰ ਫਿਰ ਜੋ ਫਾਈਨਲ ਸਾਡੇ ਪੰਜਾਬ ਵੱਲੋਂ ਗਵਰਨਮੈਂਟ ਗਈ ਸੀ ਰਿਪੋਰਟ, ਦਿਸ 4/11 ਨੂੰ 2019 ਟੂ ਦ ਮੈਂਬਰ ਨੈਸ਼ਨਲ ਇੰਸਟੀਟਿਊਟ ਫਾਰ ਟਰਾਂਸਫਾਰਮਿੰਗ ਇੰਡੀਆ ਨੀਤੀ ਆਯੋਗ ਗਵਰਨਮੈਂਟ ਆਫ ਇੰਡੀਆ, ਉਹਨਾਂ ਨੂੰ ਇਹ ਪੰਜਾਬ ਦੀ ਰਿਪੋਰਟ ਹੈ। ਐਂਡ ਉਹ ਐ ਖਤਮ ਹੁੰਦੀ ਹੈ। ਆ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ, ਜਿਹੜਾ ਪੀਲਾ ਹਿੱਸਾ ਤੁਸੀਂ ਦੇਖ ਰਹੇ ਹੋ। ਇਟ ਸੇਜ਼ with a view to safeguard the interest of farmers and to ensure the food security in the country, it is emphasized that system of minimum support price and the assured procurement of crops by Government of India must continue. It is recommended that other MSP crops where full and assured procurement is not being undertaken by Government of India, such as cotton, maize, oilseeds and pulses, should be procured fully at the MSP fixed by Government of India to encourage farmers to diversify away from paddy which is water intensive. This will have a huge positive environmental impact while at the same time assuring farmers of income livelihood. ਆ ਹੈ ਜੋ ਅਸੀਂ ਸਾਡੀ ਪੰਜਾਬ ਗਵਰਨਮੈਂਟ ਦਾ ਸਟੈਂਡ ਹੈ ਔਰ ਜੋ ਅਸੀਂ ਭੇਜਿਆ ਸਾਡੇ ਵਿਧਾਨ ਸਭਾ ਦੇ ਵਿੱਚ ਜੋ ਅਸੀਂ ਫੈਸਲਾ ਕੀਤਾ ਸੀ, ਯੂਨੈਨਿਮਸ ਉੱਥੇ ਫੈਸਲਾ ਹੋਇਆ ਸੀ, ਉਹਦਾ ਨਿਚੋੜ ਹੈ ਇਹ ਜਿਹੜਾ ਅਸੀਂ ਤੁਹਾਨੂੰ ਭੇਜ ਰਹੇ ਦਿਖਾ ਰਹੇ। ਸੋ ਆ ਜਿਹੜਾ ਇਹ ਸਿਆਸਤ ਖੇਡੀ ਜਾ ਰਹੀ ਹੈ ਇਸ ਗੱਲ 'ਤੇ, ਇਹ ਬੜੀ ਅਫਸੋਸ ਦੀ ਗੱਲ ਹੈ ਮੈਨੂੰ ਕਿ ਇਹ ਸਾਰੇ ਜਾਣਦੇ ਨੇ। ਕੇਜਰੀਵਾਲ ਨੂੰ ਵੀ ਪਤਾ ਹੈ ਅਸਲੀਅਤ ਕੀ ਹੈ, ਔਰ ਉਸ ਨੂੰ ਵੀ ਪਤਾ ਹੈ ਭਗਵੰਤ ਮਾਨ ਨੂੰ, ਔਰ ਉਹ ਦੂਜਾ ਹਰਪਾਲ ਚੀਮਾ, ਇਹ ਤਿੰਨ ਲੱਗੇ ਨੇ ਇਸ ਕੰਮ 'ਚ। ਔਰ ਦੂਜੇ ਪਾਸੇ ਸੁਖਬੀਰ ਬਾਦਲ ਨੂੰ ਵੀ ਪਤਾ ਹੈ, ਉਹਨੂੰ ਵੀ ਪਤਾ ਹੈ। ਉਹ ਪਹਿਲਾਂ ਤਾਂ ਸੁਖਬੀਰ ਬਾਦਲ ਵਗੈਰਾ ਤਾਂ ਖਿਲਾਫ ਜਾਣ ਔਰ ਫਿਰ ਸਾਡੇ 'ਤੇ ਸਾਡੇ ਮੋਢੇ ਦਾ ਤੋਂ ਬੰਦੂਕ ਚਲਾਉਣੀ ਚਾਹੁੰਦੇ ਆ। ਕਿਸ ਕਿਸਮ ਦੇ ਲੋਕ ਨੇ ਸਿਆਸਤਦਾਨ, ਮੈਨੂੰ ਨਹੀਂ ਸਮਝ ਆਉਂਦੀ। ਟੋਟਲ ਝੂਠੇ। ਔਰ ਆਹ ਕਿਸਮ ਦਾ ਜਿਹੜਾ ਪ੍ਰੋਪੇਗੈਂਡਾ ਹੈ ਬਿਲਕੁਲ ਗਲਤ ਪ੍ਰੋਪੇਗੈਂਡਾ ਹੈ। ਔਰ ਇਹ ਮੈਂ ਆਸ ਕਰਦਾ ਕਿ ਤੁਸੀਂ ਇਸ ਗੱਲ ਨੂੰ ਸਮਝ ਲਓ ਮੇਰੇ ਵੱਲੋਂ, ਕਿਉਂਕਿ ਮੈਂ ਚਾਹੁੰਦਾ ਸੀ ਖਾਸ ਕਰਕੇ, ਮੈਂ ਪਹਿਲਾਂ ਇਹ ਗੱਲ ਉਠਾਉਣਾ ਨਹੀਂ ਚਾਹੁੰਦਾ ਸੀ, ਲੇਕਿਨ ਇਹ ਜਦੋਂ ਇਹ ਬਾਹਲੀ ਕਰਦੇ ਡੇਲੀ ਦੇਖ ਲਓ ਹਰਪਾਲ ਚੀਮਾ ਕੀ ਬੋਲੀ ਜਾਂਦਾ ਜਾਂ ਉਹ ਭਗਵੰਤ ਮਾਨ ਕੀ ਬੋਲੀ ਜਾਂਦਾ ਜਾਂ ਉਹਨਾਂ ਦਾ ਜਿਹੜਾ ਮੁਖੀ ਬੈਠਾ ਉੱਥੇ ਕੇਜਰੀਵਾਲ ਉਹ ਕੀ ਬੋਲੀ ਜਾਂਦਾ, ਇੱਧਰਲੇ ਪਾਸੇ ਅਕਾਲੀ ਬੋਲੀ ਜਾਂਦੇ ਨੇ। ਝੂਠ ਬੋਲਣ ਕਿਉਂਕਿ ਹੱਦ ਹੁੰਦੀ ਹੈ ਕਿਸੇ ਗੱਲ ਦੀ। ਔਰ ਮੈਂ ਆਸ ਕਰਦਾ ਕਿ ਤੁਸੀਂ ਜਦ ਇਹੋ ਜਿਹੀ ਗੱਲਾਂ ਕਰਨਗੇ ਤੁਸੀਂ ਪੁੱਛੋ ਕਿ ਤੁਸੀਂ ਝੂਠ ਕਿਉਂ ਬੋਲਦੇ ਹੋ, ਪਰ ਇਹਨਾਂ ਦੀ ਆਦਤ ਬਣ ਗਈ ਹੈ ਕੁਛ। ਹੁਣ ਇਹ ਮੈਨੂੰ ਕਹਿਣ ਦੀ ਲੋੜ ਇਸ ਲਈ ਪਈ ਕਿਉਂਕਿ ਇਹ ਕੋਈ ਸਿਆਸੀ ਗੱਲ ਨਹੀਂ ਹੈ। ਇਹ ਨਾ ਅਕਾਲੀ ਦਲ ਦੀ ਗੱਲ ਹੈ, ਨਾ ਕਾਂਗਰਸ ਪਾਰਟੀ ਦੀ ਗੱਲ ਹੈ, ਨਾ ਕਿਸੇ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦੀ। ਇਹ ਹੈ ਪੰਜਾਬ ਦੇ ਭਵਿੱਖ ਦੀ, ਪੰਜਾਬ ਦੇ ਕਿਸਾਨੀ ਦੀ ਭਵਿੱਖ ਦੀ, ਤੁਹਾਡੇ ਬੱਚਿਆਂ ਦੀ ਭਵਿੱਖ ਦੀ।
ਆਪਾਂ ਤੁਸੀਂ ਮੈਂ ਸ਼ਾਇਦ ਅਸੀਂ ਕਿੰਨੀ ਦੇਰ ਉਰੇ ਰਹਿਣਾ ਮੈਨੂੰ ਨਹੀਂ ਪਤਾ, ਲੇਕਿਨ ਬੱਚੇ ਸਾਡੇ ਹੋਣਗੇ, ਪੋਤੇ ਹੋਣਗੇ, ਪੜਪੋਤੇ ਹੋਣਗੇ, ਸਾਰੇ ਉਰੇ ਹੋਣਗੇ। ਅਗਰ ਅੱਜ ਅਸੀਂ ਇੱਥੇ ਕੋਈ ਇਸ ਦਾ ਸਾਹਮਣਾ ਨਹੀਂ ਕਰਦੇ ਔਰ ਇਹ ਰੁਕਾਵਟ ਨਹੀਂ ਪਾਉਂਦੇ ਜੋ ਅੱਜ ਸੈਂਟਰ ਦੀ ਸਰਕਾਰ ਕਰਨਾ ਚਾਹੁੰਦੀ ਹੈ, ਤਾਂ ਸਾਡੇ ਬੱਚੇ ਆਉਣ ਵਾਲੀ ਪੀੜ੍ਹੀ ਦੇ ਕੋਈ ਭਵਿੱਖ ਨਹੀਂ ਹੋਣਾ। ਇਸ ਕਰਕੇ ਇਹ ਮੈਨੂੰ ਕਹਿਣਾ ਪਿਆ ਤੁਹਾਨੂੰ ਕਿ ਇਹ ਇੱਥੇ ਸਿਆਸਤ ਨਾ ਖੇਲੋ। ਮੈਂ ਅੱਜ ਵੀ ਕਹਿੰਦਾ ਅਕਾਲੀ ਲੀਡਰਾਂ ਨੂੰ ਔਰ ਮੈਂ ਆਮ ਆਦਮੀ ਪਾਰਟੀ ਨੂੰ, ਅਕਾਲੀ ਦਲ ਇਹ ਸਿਆਸਤ ਕਰਨਾ ਛੱਡ ਦਿਓ। ਇਹ ਹੈ ਸਾਡੇ ਲੋਕਾਂ ਦੇ ਭਵਿੱਖ ਦਾ ਸਵਾਲ, ਪੇਟ ਦਾ ਸਵਾਲ। ਔਰ ਮੈਂ ਆਸ ਕਰਦਾ ਕਿ ਤੁਸੀਂ ਮੇਰੀ ਗੱਲ ਇਸ 'ਚ ਸਹਿਮਤ ਹੋਵੋਗੇ। ਔਰ ਜਦੋਂ ਇਹ ਅਕਾਲੀ ਔਰ ਆਮ ਆਦਮੀ ਵਾਲੇ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਤੁਸੀਂ ਸਮਝਾਓ ਕਿ ਤੁਸੀਂ ਸਾਡੇ ਨਾਲ ਖੜੋ ਜਾਂ ਸਾਡੇ ਬਰਖਲਾਫ ਖੜੋ। ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ ਨਾਲ ਦਿਖਾਵਾ ਦੇ ਕੇ ਤੁਸੀਂ ਕਰਦੇ ਕੁਛ ਹੋਰ ਹੋ। ਜਿਹੜੀ ਸਰਕਾਰ ਤੁਹਾਡੇ ਵਾਸਤੇ ਖੜੀ ਹੈ, ਕਾਂਗਰਸ ਪਾਰਟੀ ਖੜੀ ਹੈ। ਅੱਜ ਤੁਸੀਂ ਮੈਂ ਦੇਖਦਾ ਰਹਿੰਦਾ ਇਸ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਉੱਪਰ, ਕਿ ਅਮਰਿੰਦਰ ਸਿੰਘ ਕਾਂਗਰਸ ਕਿਉਂ ਨਹੀਂ ਜਾਂਦਾ ਉੱਥੇ ਜਿੱਥੇ ਆਪਣੇ ਦਿੱਲੀ ਦੇ ਕੋਲ ਆਪਣਾ ਉੱਥੇ ਲੋਕ ਆਪਣੇ ਕਿਸਾਨ ਗਏ ਹੋਏ ਨੇ। ਤੁਸੀਂ ਆਪ ਕਿਸਾਨਾਂ ਨੇ ਕਿਹਾ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਵਿੱਚ ਇਹ ਹੈ ਕਿਸਾਨੀ ਦਾ ਇੱਕ ਮੋਰਚਾ, ਉਹਦੇ ਵਿੱਚ ਪੋਲੀਟੀਕਲ ਪਾਰਟੀਆਂ ਦੀ ਅਸੀਂ ਨਹੀਂ ਚਾਹੁੰਦੇ ਕਿ ਉਹਦੇ ਵਿੱਚ ਸ਼ਾਮਲ ਹੋਣ। ਤਾਂ ਜਦੋਂ ਆਪ ਕਿਸਾਨ ਕਹਿ ਰਹੇ ਨੇ ਤਾਂ ਅਸੀਂ ਜਾ ਕੇ ਬਸ ਮਤਲਬ ਨਹੀਂ ਉੱਥੇ ਜਾ ਕੇ ਬਹਿ ਜਾਈਏ। ਇਟ ਇਜ਼ ਨਾਟ ਰਾਈਟ। ਜੋ ਉਹਨਾਂ ਦੀ ਖਾਹਿਸ਼ ਹੈ, ਜੋ ਉਹਨਾਂ ਦੇ ਦਿਲ ਦੀ ਗੱਲ ਹੈ, ਉਹਨਾਂ ਨੇ ਕਹਿਤੀ ਔਰ ਅਸੀਂ ਉਸ ਨੂੰ ਬਿਲਕੁਲ ਸਿਰ ਮੱਥੇ ਰੱਖਾਂਗੇ ਕਿਉਂਕਿ ਅਸੀਂ ਨਹੀਂ ਉਹਨਾਂ ਦੇ ਵਿੱਚ ਕੋਈ ਛੇੜਛਾੜ ਕਰਨੀ। ਤੁਸੀਂ ਕਰੋ ਆਪਣਾ, ਤੁਸੀਂ ਬਹੁਤ ਔਖੀ ਘੜੀ ਦੇ ਵਿੱਚੋਂ ਗੁਜ਼ਰੇ ਹੋ। ਮੈਂ ਜਾਣਦਾ ਕਿੰਨੀ ਠੰਡ ਹੈ ਉਰੇ, ਔਰ ਹੁਣ ਤਾਂ ਹੋਰ ਵੀ ਸਮਾਂ ਜਨਵਰੀ ਦੇ ਮਹੀਨੇ 'ਚ ਤਾਂ ਇਸ ਤੋਂ ਜ਼ਿਆਦਾ ਵੀ ਠੰਡ ਹੋਏਗੀ। ਤਾਂ ਆਪਣੇ ਸਿਹਤ ਨੂੰ ਬਚਾ ਕੇ ਰੱਖਣਾ। ਜਿੱਥੇ ਤਾਈਂ ਉਰੇ ਸਵਾਲ ਹੈ ਤੁਹਾਡਾ ਕਿ ਮੈਂ ਇਸ ਨੂੰ ਇੱਥੇ ਪੰਜਾਬ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ, ਅਸੀਂ ਤਾਂ ਦੇਖੋ ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਦਾ ਮੈਂ ਤੁਹਾਨੂੰ ਸਾਰਿਆਂ ਨੂੰ, ਤਾਂ ਕਿ ਅਗਰ ਕਿਸੇ ਨੂੰ ਕੋਈ ਲੋੜ ਹੋਏ, ਕਿਉਂਕਿ ਤੁਹਾਡੇ ਹੁਣ ਸਾਰੇ ਜਿਹੜੇ ਪਰਿਵਾਰ ਹੈ ਉੱਥੇ ਕਈ ਲੋਕ ਗਏ ਹੋਏ ਨੇ ਆਪਣੇ ਬਾਰਡਰਾਂ 'ਤੇ, ਅਤੇ ਤੁਸੀਂ ਅਗਰ ਕਦੇ ਤੁਹਾਨੂੰ ਲੋੜ ਹੈ ਸਰਕਾਰ ਦੀ ਹੈਲਪ ਦੀ, ਕੋਈ ਬਿਮਾਰ ਹੋ ਜਾਂਦਾ ਹੈ, ਕੋਈ ਤਕਲੀਫ ਹੋ ਜਾਂਦੀ ਹੈ ਕਿਸੇ ਗੱਲ ਦੀ, ਤਾਂ ਨੋਟ ਕਰੋ ਤੁਸੀਂ। ਇੱਕ ਬੀਬੀਆਂ ਦਾ ਇੱਕ ਹੈਲਪਲਾਈਨ ਹੈ 1091 1091 1091, ਔਰ ਪੁਲਿਸ ਹੈਲਪਲਾਈਨ ਹੈ 112 112। ਇਹਨਾਂ ਨੂੰ ਤੁਸੀਂ ਨੋਟ ਕਰੋ। ਜਦੋਂ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਕੋਈ ਬਿਮਾਰ ਹੋ ਜਾਏ ਕੁਛ, ਤੁਸੀਂ ਰਿੰਗ ਕਰੋ। ਇਹਨਾਂ ਦੀ ਡਿਊਟੀ ਲਾਈ ਹੋਈ ਹੈ ਅਸੀਂ ਕਿ ਇੱਕਦਮ ਤੁਹਾਡੇ ਕੋਲ ਡਾਕਟਰ ਨੂੰ ਲੈ ਕੇ ਜਾਣਗੇ ਜਾਂ ਤੁਹਾਨੂੰ ਲੈ ਜਾਣਗੇ ਹੌਸਪੀਟਲ 'ਚ, ਜਾਂ ਹੋਰ ਕੋਈ ਤੁਹਾਡੀ ਤਕਲੀਫ ਜਿਹੜੀ ਹੈ ਉਹਨੂੰ ਦੂਰ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਸੋ ਇਹ ਮੈਂ ਤੁਹਾਨੂੰ ਕਿਸਾਨਾਂ ਦੇ ਬਾਰੇ ਕਹਿਣਾ ਚਾਹੁੰਦਾ ਸੀ, ਕਿਉਂਕਿ ਇਹ ਸਾਡੇ ਵਾਸਤੇ ਅੱਜ ਸਭ ਤੋਂ ਅਹਿਮ ਗੱਲ ਹੈ ਪੰਜਾਬ ਵਾਸਤੇ। ਪਤਾ ਨਹੀਂ ਕਿੰਨੇ ਲੱਖਾਂ ਲੋਕ ਉੱਥੇ ਬੈਠੇ ਨੇ ਦਿੱਲੀ 'ਚ, ਔਰ ਉਹਨਾਂ ਵਾਸਤੇ ਉਹ ਵੀ ਦੇਖ ਰਹੇ ਨੇ। ਮੈਂ ਦੇਖ ਰਿਹਾ ਤਸਵੀਰਾਂ ਜੋ ਰੋਜ਼ ਟੈਲੀਵਿਜ਼ਨ 'ਤੇ ਆਉਂਦੀਆਂ ਨੇ ਬਜ਼ੁਰਗਾਂ ਦੀਆਂ। ਹੁਣ ਉਹ ਬਜ਼ੁਰਗ ਨੇ 22 ਤਾਂ ਅਸੀਂ ਖੋ ਬੈਠੇ ਹਾਂ, ਲੇਕਿਨ ਉਹ ਆਪਣੇ ਵਾਸਤੇ ਨਹੀਂ ਲੜ ਰਹੇ, ਉਹ ਆਪਣੇ ਤੁਹਾਡੇ ਵਾਸਤੇ ਲੜ ਰਹੇ ਨੇ, ਬੱਚਿਆਂ ਵਾਸਤੇ ਲੜ ਰਹੇ ਨੇ, ਪੰਜਾਬ ਵਾਸਤੇ ਲੜ ਰਹੇ ਨੇ, ਔਰ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਲੜ ਰਹੇ ਨੇ। ਅਤੇ ਉਹ ਆਪਣੀ ਇੱਥੇ 22 ਬੰਦਿਆਂ ਨੇ ਆਪਣੀ ਜਾਨਾਂ ਦੇ ਦਿੱਤੀਆਂ। ਵਾਹਿਗੁਰੂ ਕਰੇ ਸੈਂਟਰ ਦੀ ਸਰਕਾਰ ਦੇ ਇਸ ਨੂੰ ਗੰਭੀਰਤਾ ਨਾਲ ਚੰਗੀ ਤਰ੍ਹਾਂ ਸੋਚ ਕੇ ਇਹਦਾ ਕੋਈ ਹੱਲ ਕੱਢਣ, ਤਾਂ ਕਿ ਸਾਡੇ ਬੱਚੇ ਹੋਰ ਨਾ ਕੋਈ ਇੱਥੇ ਨੁਕਸਾਨ ਹੋ ਜਾਏ ਸਾਡਾ, ਔਰ ਸਾਡੇ ਲੋਕ ਵਾਪਸ ਆਪਣੇ ਘਰਾਂ 'ਚ ਪਹੁੰਚ ਸਕਣ। ਇਹ ਹੁਣ ਸੈਂਟਰ ਦੇ ਉੱਪਰ ਹੈ, ਔਰ ਮੈਂ ਆਸ ਕਰਦਾ ਕਿ ਜਿਹੜੀਆਂ ਯੂਨੀਅਨਸ ਨੇ 31 ਯੂਨੀਅਨਾਂ ਜੋ ਇਹਨਾਂ ਦੇ ਨਾਲ ਗੱਲਬਾਤ ਕਰਦੀਆਂ ਨੇ, ਤੁਸੀਂ ਵੀ ਆਪਣਾ ਇਸ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਕੇ ਹੱਲ ਕਢਵਾਓ। ਦੂਸਰੀ ਜਿਹੜੀ ਗੱਲ ਤੁਸੀਂ ਅੱਜ ਮੈਨੂੰ ਪੁੱਛਿਆ ਕਿ ਇਹ ਬੱਸਾਂ ਦੀ, ਇਹ ਸੁਖਚੈਨ ਸਿੰਘ ਜੀ ਸੇਖੋਂ ਨੇ ਬਠਿੰਡੇ ਦੇ, ਇਹ ਪੁੱਛਦੇ ਨੇ ਕਿ ਤੁਸੀਂ ਔਰਤਾਂ ਵਾਸਤੇ ਬੱਸ ਦਾ ਜਿਹੜਾ ਅੱਧਾ ਕਿਰਾਇਆ ਦਾ ਜਿਹੜੀ ਸਕੀਮ ਸੀ ਉਹਦਾ ਕੀ ਕੀਤਾ। ਉਹਦਾ ਅਸੀਂ ਫਾਈਨਲ ਕਰ ਦਿੱਤਾ ਸੀਗਾ, ਔਰ ਸ਼ੁਰੂ ਹੋ ਜਾਣਾ ਸੀ ਅਗਰ ਇਹ ਕੋਵਿਡ ਮਾਰਚ ਤੋਂ ਨਾ ਚੱਲਦਾ। ਸਾਰੀਆਂ ਬੱਸਾਂ ਤੁਹਾਨੂੰ ਪਤਾ ਕਈ ਮਹੀਨੇ ਤਾਂ ਬੰਦ ਰਹੀਆਂ, ਕੋਈ ਉੱਥੇ ਟ੍ਰੈਫਿਕ ਨਹੀਂ ਸੀ, ਕੁਛ ਨਹੀਂ ਸੀ। ਆਹਿਸਤਾ ਚੱਲਿਆ। ਇਹ ਫਾਈਲ ਹੁਣ ਮੇਰੇ ਕੋਲ ਆਉਣ ਵਾਲੀ ਹੈ। ਅਸੀਂ ਬੜੀ ਜਲਦੀ ਹੀ ਅੱਜ ਹੀ ਮੈਂ ਇਹਨੂੰ ਪਾਸ ਕਰਕੇ ਇਹਨੂੰ ਕੈਬਨਿਟ 'ਚ ਲਿਜਾ ਕੇ ਇਹਨੂੰ ਸ਼ੁਰੂ ਕਰ ਦੇਣਾ ਸੀ। ਅਸੀਂ ਇਹਨੂੰ ਹੁਣ ਦੇਰ ਨਹੀਂ ਲਾਉਣੀ ਕੁਛ ਇਸ 'ਚ। ਫਿਰ ਤੁਸੀਂ ਮੈਨੂੰ ਪੁੱਛਿਆ ਸੌਰਵ ਭਾਟੀਆ ਜੀ ਨੇ ਗੁਰਦਾਸਪੁਰ ਤੋਂ ਕਿ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਜਨਮ ਦਿਹਾੜਾ ਆ ਰਿਹਾ ਕਿ ਤੁਸੀਂ ਕੀ ਕਰਨ ਲੱਗੇ ਹੋ। ਜੈਸੇ ਅਸੀਂ ਹਰ ਵੇਲੇ ਕਰਦੇ ਹਾਂ, ਸਾਰਿਆਂ ਦਾ ਅਸੀਂ ਬੜੀ ਧੂਮਧਾਮ ਨਾਲ ਮਨਾਵਾਂਗੇ। ਕਮੇਟੀ ਬਣੀ ਹੋਈ ਹੈ ਪੰਜਾਬ ਪੱਧਰ ਦੀ, ਜਿਹਦੇ ਮੇਰੇ ਚੇਅਰਮੈਨ ਦੇ ਅਧੀਨ, ਚੇਅਰਮਨੀ ਦੇ ਅਧੀਨ, ਔਰ ਅਸੀਂ ਇਸ ਨੂੰ ਪੂਰੇ ਤਰੀਕੇ ਨਾਲ ਜਿੱਥੇ ਵੀ 9ਵੇਂ ਪਾਤਸ਼ਾਹ ਗਏ ਨੇ, ਬਾਬਾ ਬਕਾਲਾ ਹੋਇਆ ਜਾਂ ਜਿੱਥੇ ਵੀ ਉਹਨਾਂ ਦੇ ਚਰਨ ਪਏ ਨੇ, ਉੱਥੇ ਅਸੀਂ ਇਹਦਾ ਕੁਛ ਨਾ ਕੁਛ ਕਰਾਂਗੇ ਤਾਂ ਕਿ ਉਹਨਾਂ ਦੀ ਯਾਦ ਸਦਾ ਵਾਸਤੇ ਤਾਂ ਹੁੰਦੀ ਹੈ ਸਾਡੇ ਸਾਰੇ ਮਨਾਂ ਦੇ ਵਿੱਚ ਹੈ ਹੀ, ਲੇਕਿਨ ਉੱਥੇ ਕੁਝ ਬਣਾਵਾਂਗੇ ਤਾਂ ਕਿ ਆਹ 400 ਸਾਲਾਂ ਦੀ ਸਦਾ ਵਾਸਤੇ ਯਾਦ ਲੋਕ ਰੱਖਣ। ਇਹ ਮੈਨੂੰ ਪੁੱਛਿਆ ਨਵਨੀਤ ਭਾਟੀਆ ਜੀ ਨੇ, ਇਹ ਜਿਹੜੇ ਆਪਣੇ 42,000 ਵੈਕੈਂਸੀਆਂ ਨੇ, ਇਹ ਕਿਉਂ ਨਹੀਂ ਭਰੀਆਂ ਜਾ ਰਹੀਆਂ। ਉਹਦੇ ਵਿੱਚੋਂ ਕੁਛ ETO ਦੇ ਪੋਸਟ ਸੀ, ਮੈਨੂੰ ਨਹੀਂ ਪਤਾ ETO ਦੇ ਖਾਸ ਇਹਨਾਂ ਨੇ PCS ਦਾ ਕਿਉਂ ਇੱਥੇ ਜ਼ਿਕਰ ਕੀਤਾ ਹੈ, ਲੇਕਿਨ ਸਾਡੇ 50,000 ਦੇ ਕਰੀਬ ਸਾਡੇ ਨੌਕਰੀਆਂ ਅਸੀਂ ਰੱਖਣ ਦਾ ਫੈਸਲਾ ਕੀਤਾ ਸੀ। ਉਹਦੇ ਵਿੱਚੋਂ ਉਹ ਕੀਤਾ ਕਦੋਂ ਸੀ? ਫਰਵਰੀ ਮਾਰਚ ਵਿੱਚ ਕੋਵਿਡ ਆ ਗਿਆ, ਸਭ ਕੁਛ ਹੀ ਇੰਨੇ ਮਹੀਨਿਆਂ ਤੋਂ ਬੰਦ ਰਿਹਾ। ਹੁਣ ਇਸ ਹਫਤੇ ਦੇ ਦੌਰਾਨ ਅਗਲੀ ਕੈਬਨਿਟ 'ਚ ਅਸੀਂ ਇਹਨੂੰ ਅਪਰੂਵਲ ਦੇ ਦੇਣੀ ਹੈ, ਔਰ ਇਹ ਸਾਰੀਆਂ ਜਿਹੜੀਆਂ ਪੋਸਟਾਂ ਪਈਆਂ ਨੇ ਉਹ ਭਰੀਆਂ ਜਾਣਗੀਆਂ। ਸਾਡਾ ਵਾਅਦਾ ਹੈ 50,000 ਦਾ, ਔਰ 50,000 ਪੂਰਾ ਕਰਕੇ ਅਸੀਂ ਛੱਡਾਂਗੇ। ਥੋੜ੍ਹਾ ਜਿਹੀ ਡਿਲੇ ਇਸ ਲਈ ਹੋਈ ਹੈ ਹੁਣ ਕੁਝ ਦਿਨਾਂ ਤੋਂ, ਕਿਉਂਕਿ ਇਹਦਾ ਜਿਹੜਾ ਆਪਣੇ ਰੀਸਟਰਕਚਰਿੰਗ ਹੋ ਰਹੀ ਹੈ ਕੁਝ ਡਿਪਾਰਟਮੈਂਟਸ ਦੇ ਵਿੱਚ, ਉਹਨਾਂ ਦੇ ਥੋੜ੍ਹੀ ਤਬਦੀਲੀ ਆ ਰਹੀ ਹੈ। ਜਦ ਤਬਦੀਲੀ ਖਤਮ ਹੋ ਜਾਊਗੀ ਇਹ ਅਸੀਂ ਭਰਤੀ ਸ਼ੁਰੂ ਕਰ ਦੇਣੀ ਹੈ। ਇੱਕਦਮ ਹੀ ਹੋਣੀ ਹੈ, ਇਹ ਨਾ ਸਮਝੋ ਕਿ ਮਹੀਨੇ ਲੱਗਣਗੇ, ਤਾਂ ਹਫ਼ਤਿਆਂ ਦੇ ਵਿੱਚ ਹੀ ਅਸੀਂ ਕਰ ਦੇਣੀ ਹੈ। ਤੁਸੀਂ ਮੈਨੂੰ ਪੁੱਛਿਆ ਜਸਪ੍ਰੀਤ ਜੀ ਨੇ ਸੰਗਰੂਰ ਤੋਂ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਨੁਕਸਾਨ ਹੋਇਆ, ਜਿਹੜੇ ਸਾਡੇ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ, ਉਹਨਾਂ ਦਾ ਕੀ ਕਰ ਰਹੇ ਹਾਂ ਅਸੀਂ। ਹਰ ਜਿਹੜਾ ਸਾਡਾ ਪੰਜਾਬੀ ਉੱਥੇ ਸ਼ਹੀਦ ਹੁੰਦਾ ਹੈ ਇਸ ਕਿਸਾਨੀ ਦੇ ਸੰਘਰਸ਼ ਵਿੱਚ, ਉਹਨਾਂ ਨੂੰ ਅਸੀਂ 5 ਲੱਖ ਰੁਪਈਆ ਦੇ ਰਹੇ ਹਾਂ, ਔਰ ਸਾਰਿਆਂ ਨੂੰ ਮਿਲ ਗਿਆ। ਔਰ ਜਿਹੜੇ ਵਾਹਿਗੁਰੂ ਕਰੇ ਹੋਰ ਨਾ ਹੋਣ, ਪਰ ਜਦੋਂ ਵੀ ਕੋਈ ਇਹੋ ਜਿਹਾ ਵਾਕਿਆਤ ਹੁੰਦਾ ਅਸੀਂ ਉਹਨਾਂ ਨੂੰ ਜ਼ਰੂਰ 5 ਲੱਖ ਰੁਪਏ ਦੇਵਾਂਗੇ। ਗੁਰਪ੍ਰੀਤ ਸਿੰਘ ਗਿੱਲ ਪੁੱਛ ਰਹੇ ਨੇ ਮੈਨੂੰ ਕਿ MBBS ਦੀ ਸੀਟਾਂ ਦੀ ਘਾਟ ਹੈ ਪੰਜਾਬ ਦੇ ਵਿੱਚ, ਕੀ ਕਰ ਰਹੇ ਉਹਦੇ ਬਾਰੇ। ਤੁਹਾਨੂੰ ਪਤਾ ਅਸੀਂ 3 ਮੈਡੀਕਲ ਕਾਲਜ ਲਾ ਰਹੇ ਹਾਂ, ਇੱਕ ਕਪੂਰਥਲੇ, ਇੱਕ ਹੁਸ਼ਿਆਰਪੁਰ ਔਰ ਇੱਕ ਉਰੇ ਇੱਥੇ ਮੋਹਾਲੀ ਦੇ ਵਿੱਚ। ਮੋਹਾਲੀ ਦਾ ਹੁਣ ਐਤਕੀ ਤਕਰੀਬਨ ਤਿਆਰ ਹੋ ਗਿਆ। ਐਤਕੀ ਅਸੀਂ ਉਹਦੇ ਹੁਣ ਭਰਤੀ ਸ਼ੁਰੂ ਕਰ ਦੇਣੀ ਹੈ ਇਸ ਸਾਲ ਹੀ, ਔਰ ਇਹਦੇ ਵਿੱਚ ਹੀ ਜਿਹੜੇ ਦੂਜੇ 2 ਨੇ ਉਹ ਵੀ ਮੈਂ ਆਸ ਕਰਦਾ ਕਿ ਉਹ ਜਲਦੀ ਹੋਣਗੇ। ਇੱਥੇ ਦਾ ਤਾਂ ਹੁਣ ਰਿਕਰੂਟਮੈਂਟ ਅਸੀਂ ਡਾਕਟਰਾਂ ਦੀ ਸ਼ੁਰੂ ਕਰਤੀ ਮੋਹਾਲੀ ਵਾਲੇ ਦੀ, ਔਰ ਦੂਜੇ 2 ਉਹਨਾਂ ਦੇ ਚੇਅਰਮੈਨ ਨੇ ਸਾਡੇ ਹੈਲਥ ਮਿਨਿਸਟਰ ਸਾਹਿਬ, ਔਰ ਉਹ ਵੀ ਜਲਦੀ ਹੀ ਆਪਣਾ ਪੂਰਾ ਪ੍ਰਬੰਧ ਕਰ ਰਹੇ ਨੇ ਕਿ ਕਪੂਰਥਲਾ ਵੀ ਔਰ ਹੁਸ਼ਿਆਰਪੁਰ ਵੀ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਵੇ। ਇੱਕ ਤੁਸੀਂ ਮੈਨੂੰ ਰਾਜਦੀਪ ਜੱਬਰ ਜੀ ਪੁੱਛਦੇ ਲੁਧਿਆਣਿਓਂ ਕਿ ਸਰਦੀਆਂ ਆ ਗਈਆਂ ਨੇ ਅਤੇ ਬਹੁਤ ਠੰਡ ਹੈ, ਔਰ ਕਈ ਲੋਕ ਨੇ ਵਿਚਾਰੇ ਜਿਹੜੇ ਪੇਮੈਂਟਾਂ 'ਤੇ ਬੈਠੇ ਨੇ, ਕੋਈ ਉਹਨਾਂ ਦੇ ਘਰ ਨਹੀਂ ਔਰ ਘਰ-ਬਾਰ ਨਹੀਂ। ਪਹਿਲਾਂ ਤਾਂ ਅਸੀਂ ਘਰ-ਬਾਰ ਦੀ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਇਹਦੇ ਬਣਾ ਰਹੇ ਹਾਂ ਕੁਛ ਘਰ ਜਿਹੜੇ ਹੋਮਲੈਸ ਵਾਸਤੇ ਅਸੀਂ ਦੇ ਸਕਾਂਗੇ, ਪਰ ਉਹਨੂੰ ਲੱਗਦਾ ਟਾਈਮ। ਜ਼ਮੀਨਾਂ ਲੈਣੀਆਂ ਨੇ, ਬਿਲਡਿੰਗ ਬਣਨੀ ਹੈ, ਟਾਈਮ ਲੱਗੂਗਾ, ਪਰ ਠੰਡ ਤੁਹਾਡੇ ਉੱਪਰ ਆ ਗਈ ਅਤੇ ਉਹਦੇ ਤੁਸੀਂ ਕਿਹਾ ਸੀ ਕਿ ਕੀ ਤੁਸੀਂ ਕਰ ਸਕੋਗੇ। ਮੈਨੂੰ ਯਾਦ ਹੈ ਉਹ ਦਿਨ ਇਸ ਜਦ ਮੌਸਮ ਆਉਂਦੀ ਸੀ ਤਾਂ ਮੇਰੇ ਮਾਤਾ ਜੀ ਆਪ ਜਾਇਆ ਕਰਦੇ ਸੀ ਹਰ ਰੋਜ਼ ਔਰ ਆਪਣੇ ਪਟਿਆਲੇ 'ਚ, ਔਰ ਉੱਥੇ ਜਿੱਥੇ ਵੀ ਕੋਈ ਪੇਮੈਂਟ 'ਤੇ ਪਿਆ ਹੁੰਦਾ ਸੀ ਆਪਣੇ ਕੰਬਲ ਲੈ ਕੇ ਜਾਂਦੇ ਸੀ ਉਹਨਾਂ ਨੂੰ ਦੇਣ ਵਾਸਤੇ। ਔਰ ਸਾਰੇ ਸਾਡੇ ਸਾਰਿਆਂ ਦੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ ਜੋ ਸੁਣ ਰਹੇ ਹੋ, ਜੋ ਤੁਸੀਂ ਆਪਣੇ ਕੰਬਲ ਦੇ ਸਕਦੇ ਹੋ ਗਰੀਬਾਂ ਵਾਸਤੇ ਦਿਓ, ਔਰ ਅਸੀਂ ਵੀ ਆਪਣੇ ਤੌਰ 'ਤੇ ਜੋ ਕਰ ਸਕਦੇ ਹਾਂ ਕਰਾਂਗੇ। ਲੇਕਿਨ ਜਿੱਥੇ ਤਾਈਂ ਸਰਕਾਰ ਦਾ ਮਸਲਾ ਹੈ ਉਹ ਮੈਂ ਆਪਣੇ ਜਿਹੜਾ ਗ੍ਰਾਂਟ ਨੇ ਆਪਣੇ ਫੰਡ ਤੋਂ, ਚੀਫ ਮਿਨਿਸਟਰ ਦੇ ਰਿਲੀਫ ਫੰਡ ਤੋਂ, ਮੈਂ ਹਰ DC ਨੂੰ ਪੈਸੇ ਭੇਜ ਰਹੇ ਤਾਂ ਕਿ ਕੰਬਲ ਖਰੀਦ ਕੇ ਇਹ ਬੰਦੇ ਲੋਕਾਂ ਨੂੰ ਜਾ ਕੇ ਉੱਥੇ ਦੇ ਸਕਣ। ਇੱਕ ਤੁਸੀਂ ਪੁੱਛਿਆ ਸੁਖਦੀਪ ਔਲਖ ਜੀ ਨੇ ਫਿਰੋਜ਼ਪੁਰ ਤੋਂ ਕਿ ਸਾਡਾ OPD ਸਾਡੇ ਹੌਸਪੀਟਲ ਦਾ ਕਿਉਂ ਨਹੀਂ ਚਾਲੂ ਹੋ ਰਿਹਾ। ਹੁਣ ਮੈਂ ਪਤਾ ਨਹੀਂ ਕਿਉਂ ਇਹ ਗੱਲ ਆਈ ਹੈ, ਕਿਉਂਕਿ ਅਸੀਂ ਤਾਂ ਮਈ ਦੇ ਵਿੱਚ ਚਿੱਠੀ ਲਿਖਤੀ ਸੀ ਇੱਕ ਗਵਰਨਮੈਂਟ ਨੂੰ, ਸਾਰੇ OPD ਚੱਲਣੇ ਚਾਹੀਦੇ। ਕੋਵਿਡ ਦਾ ਜਦੋਂ ਚੱਲ ਰਿਹਾ ਸੀ ਮਾਰਚ ਤੋਂ, ਫਿਰ ਅਪ੍ਰੈਲ ਅਤੇ ਮਈ 2 ਮਹੀਨੇ ਬਾਅਦ ਹੀ ਅਸੀਂ ਸ਼ੁਰੂ ਕਰਤੇ ਸੀ,
ਔਰ ਇਹ ਅੱਜ ਤੁਹਾਡੀ ਆਈ ਹੈ ਕਿ ਫਿਰੋਜ਼ਪੁਰ ਨਹੀਂ ਚੱਲ ਰਿਹਾ, ਪਤਾ ਨਹੀਂ, ਕਿਉਂਕਿ ਮੇਰੇ ਰਿਪੋਰਟ ਜੋ ਹੈ ਸਾਰੇ ਕਿਤੇ ਪੰਜਾਬ ਦੇ ਵਿੱਚ ਸਾਡੇ OPD ਚੱਲ ਰਹੇ ਨੇ। ਔਰ ਸਮਾਂ ਨਵੰਬਰ ਦੇ ਵਿੱਚ 7,36,000 ਬੰਦੇ ਸਾਡੇ ਗਵਰਨਮੈਂਟ ਹਸਪੀਟਲਸ ਦੇ OPDs ਦੇ ਵਿੱਚ ਗਏ ਨੇ ਆਪਣੇ ਇਲਾਜ ਕਰਵਾਉਣ ਵਾਸਤੇ। ਕਿ ਫਿਰੋਜ਼ਪੁਰ ਨਹੀਂ ਚੱਲ ਰਿਹਾ, ਇਹ ਮੈਂ ਪਤਾ ਕਰੂੰਗਾ ਕੀ ਕਾਰਨ ਹੈ ਕਿ ਨਹੀਂ ਚੱਲ ਰਿਹਾ, ਲੇਕਿਨ ਪੂਰੇ ਪੰਜਾਬ ਦੇ ਵਿੱਚ ਇਹ ਇਸ ਵੇਲੇ ਕੋਈ ਪ੍ਰੋਬਲਮ ਨਹੀਂ ਹੈ, ਸਾਰੇ ਚੱਲ ਰਹੇ ਨੇ। ਪਰਮਜੀਤ ਲੁਧਿਆਣਾ ਤੋਂ ਕਹਿੰਦੇ ਨੇ, ਪੁੱਛਦੇ ਨੇ ਕਿ ਜੀ ਤੁਸੀਂ VIP ਨੰਬਰ ਬੈਨ ਕਰਤੇ, ਤੁਸੀਂ ਰੈੱਡ ਬੀਕਨ ਵੀ ਬੈਨ ਕਰਤੇ ਸੀ, ਅਤੇ ਇਹ VIP ਕਲਚਰ ਦਾ ਜਿਹੜਾ ਤੁਸੀਂ ਕਦਮ ਚੱਕੇ ਨੇ ਅੱਛੀ ਗੱਲਾਂ ਨੇ। ਇਹ ਤਾਂ ਬੜੀ ਗੜਬੜ ਹੋ ਰਹੀ ਸੀ ਇਸ 'ਚ। ਤੁਹਾਨੂੰ ਪਤਾ ਕੀ ਹੁੰਦਾ ਸੀ, ਇੱਕ ਨੰਬਰ 4 ਗੱਡੀਆਂ 'ਚ ਅਸੀਂ ਪਕੜੇ ਨੇ ਪੰਜਾਬ ਦੇ ਵਿੱਚ। ਐਸੇ ਹੀ ਲੋਕ ਆਪਣੇ ਆਪ ਜਿਹੜਾ ਨੰਬਰ ਪਸੰਦ ਕਰਦਾ ਉਹੀ ਬਣਾ ਕੇ ਲਿਖ ਕੇ ਆਪਣੇ ਨੰਬਰ ਪਲੇਟ ਬਣਾ ਲੈਂਦੇ ਸੀ। ਤਾਂ ਇਹ ਗੱਲਾਂ ਸਾਰੀਆਂ ਅਸੀਂ ਬੰਦ ਕੀਤੀਆਂ ਨੇ। VIP ਨੰਬਰ ਕੋਈ ਨਹੀਂ ਹੋਣਗੇ, ਆਮ ਨੰਬਰ ਹੋਣਗੇ। ਔਰ ਇਹ ਵੀ ਅਸੀਂ ਦੇਖ ਰਹੇ ਹਾਂ ਕਿ ਕੌਣ ਇਹ ਗੜਬੜ ਕਰ ਰਿਹਾ ਕਿ ਇੱਕ ਨੰਬਰ 4 ਗੱਡੀਆਂ ਚਲਾਉਂਦੇ ਨੇ। ਇਹ ਤਾਂ ਬਿਲਕੁਲ ਕਾਨੂੰਨ ਦੇ ਖਿਲਾਫ ਹੈ। ਇਹਨੂੰ ਉਹਦੇ 'ਤੇ ਵੀ ਅਸੀਂ ਸਖਤੀ ਕਰਾਂਗੇ। ਹੁਣ ਤੁਸੀਂ ਇਹ ਵੀ ਪੁੱਛਿਆ ਸੁਖਦੇਵ ਜੀ ਰੋਪੜ ਤੋਂ ਕਿ ਇਹ ਕੋਈ ਫਾਲਤੂ ਅਸੀਂ ਕੋਈ ਰਜਿਸਟ੍ਰੇਸ਼ਨ ਵਾਸਤੇ ਕੋਈ ਫੀਸ ਚਾਰਜ ਕਰ ਰਹੇ। ਨਹੀਂ, ਪਤਾ ਨਹੀਂ ਤੁਹਾਨੂੰ ਕਿਹਨੇ ਦੱਸਿਆ, ਅਸੀਂ ਨਹੀਂ ਕਰ ਰਹੇ। ਜੋ ਫੀਸ ਚੱਲ ਰਹੀਆਂ ਨੇ ਉਹੀ ਚੱਲੇਗਾ, ਕੋਈ ਇਹਦੇ 'ਚ ਕੋਈ ਤਬਦੀਲੀ ਨਹੀਂ ਆਉਣੀ, ਨਾ ਕੋਈ ਵਾਧਾ ਹੈ ਨਾ ਕੋਈ ਘਾਟਾ ਹੈ, ਬਸ ਅਸੀਂ ਚੱਲੂ ਜੈਸੇ ਚੱਲਦਾ ਆ ਰਿਹਾ। ਤਾਂ ਇਹ ਫਿਕਰ ਨਾ ਤੁਸੀਂ ਕਰੋ ਕਿ ਕੋਈ ਅਸੀਂ ਫੀਸ ਫੂਸ ਇਹਦੇ ਪਾਵਾਂਗੇ, ਬਿਲਕੁਲ ਨਹੀਂ। ਆਹ ਗੱਲਾਂ ਅਸੀਂ ਥੋੜ੍ਹੀਆਂ। ਲੇਕਿਨ ਮੈਂ ਇੱਕ ਗੱਲ ਹੁਣ ਤੁਹਾਡੇ ਕਹਿਣਾ ਚਾਹੁੰਦਾ, ਇਹ ਤੁਹਾਡੇ ਮਨਾਂ 'ਚੋਂ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਪਾਸੇ ਚਲੀ ਗਈਆਂ, ਔਰ ਉਹ ਹੈ ਕਰੋਨਾ। ਅੱਜ ਮੈਂ ਜਾਂਦਾ ਜਦ ਕਦੇ ਲੰਘਦਾ ਕਿਤੇ, ਮੈਂ ਦੇਖਦਾ ਲੋਕ ਮਾਸਕ ਨਹੀਂ ਪਾਉਂਦੇ। ਦੇਖੋ ਤੁਸੀਂ ਆਪਣੇ ਵਾਸਤੇ ਇਹ ਤੁਹਾਡੇ ਵਾਸਤੇ ਇੱਕ ਬੜੀ ਭਿਆਨਕ ਬਿਮਾਰੀ ਹੈ। ਲੋਕ ਬਹੁਤ ਲੱਖਾਂ 'ਚ ਦੁਨੀਆ 'ਚ ਮਰ ਗਏ ਨੇ। ਸਾਡੇ ਇੱਥੇ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਦੇ ਵਿੱਚ ਹਾਲੇ ਹਾਲਾਤ ਸੁਧਰੇ ਨੇ ਕੁਛ। ਸਾਡਾ ਇੱਕ ਵਾਰ ਸਾਡੇ 3200 ਮੇਰਾ ਖਿਆਲ ਅਸੀਂ ਇੱਕ ਦਿਨ 'ਚ 3200 ਕੇਸਿਸ ਸਾਡੇ ਰਹੇ ਨੇ। ਅਸੀਂ ਟੈਸਟਿੰਗ ਵੀ ਵਧਾਈ ਹੈ। ਅੱਜ ਟੈਸਟਿੰਗ ਸਾਡੀ 25 ਔਰ 30 ਹਜ਼ਾਰ ਦੇ ਦਰਮਿਆਨ ਹੈ ਡੇਲੀ। ਲੇਕਿਨ ਅੱਜ ਦੀ ਰਿਪੋਰਟ ਆ ਦੇਖ ਲਓ, 290 ਬੰਦਿਆਂ ਨੂੰ ਅੱਜ ਸਿਰਫ ਕਰੋਨਾ ਹੋਇਆ, ਜਿੱਥੇ ਇੱਕ ਵਾਰ 3200 ਸਾਡੇ ਬੰਦਿਆਂ ਨੂੰ ਹੁੰਦਾ ਸੀ। ਇਹਦੇ ਬਾਵਜੂਦ ਕਿ 25,494 ਸਾਡੇ ਟੈਸਟਿੰਗ ਕੇਸ ਹੋਏ ਨੇ, ਇਹ ਪੋਜ਼ੀਟਿਵ ਸਾਈਨ ਹੈ ਇੱਕ। ਲੇਕਿਨ ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਇੱਕ ਨਵੀਂ ਕਿਸਮ ਦੀ ਕਰੋਨਾ ਹੁਣ ਚੱਲੀ ਹੋਈ ਹੈ। ਇਹ UK ਦੇ ਵਿੱਚ ਸਾਰੀ ਲੋਕਡਾਊਨ ਹੋ ਗਈ, ਸਾਰੇ ਯੂਰਪ 'ਚ ਲੋਕਡਾਊਨ ਹੋ ਗਏ ਨੇ। ਸਮਾਂ ਸਾਡੇ ਅਖੀਰਲਾ ਜਹਾਜ਼ ਆਪਣੇ ਅੰਮ੍ਰਿਤਸਰ ਪਹੁੰਚਿਆ ਸੀ ਕੱਲ੍ਹ, ਉਹ 240 ਜਾਂ ਜਿੰਨੇ ਵੀ ਮੁਸਾਫਿਰ ਸੀ ਉਹਨਾਂ ਦੇ ਵਿੱਚੋਂ 8 ਪੋਜ਼ੀਟਿਵ ਨਿਕਲੇ ਨੇ। ਹੁਣ ਇਹ ਨਹੀਂ ਪਤਾ ਸਾਨੂੰ ਕਿ ਇਹ ਨਵੀਂ ਕਰੋਨਾ ਹੈ ਜਾਂ ਪੁਰਾਣੀ ਕਰੋਨਾ ਹੈ, ਇਹ ਨਹੀਂ ਪਤਾ। ਲੇਕਿਨ UK ਦੇ ਫਲਾਈਟਾਂ ਸਾਰੀਆਂ UK ਤੋਂ ਬਾਹਰ ਔਰ UK ਨੂੰ ਜਾਣ ਵਾਲੀਆਂ 28 ਮੁਲਕਾਂ ਨੇ ਬੰਦ ਕਰਤੀ ਸੀ ਕੱਲ੍ਹ ਤੱਕ। ਹੁਣ ਹੋਰ ਵੀ ਮੁਲਕਾਂ ਨੇ ਬੰਦ ਕਰ ਦੇਣੀਆਂ ਨੇ। ਇਹ ਖਤਰਨਾਕ ਬਿਮਾਰੀ ਹੈ। ਇਹਦੇ ਨਾਲ ਜਿਨ੍ਹਾਂ ਨੂੰ ਹੁੰਦੀ ਹੈ ਉਹਨਾਂ ਦੇ ਠੀਕ ਬੇਸ਼ੱਕ ਹੋ ਜਾਣ, ਵਾਹਿਗੁਰੂ ਉਹਨਾਂ ਦੀ ਜਾਨ ਬਖਸ਼ ਦਿੰਦਾ। ਲੇਕਿਨ ਬਾਅਦ 'ਚ ਕਮਜ਼ੋਰੀ ਜਿਹੜੀ ਆਉਂਦੀ ਹੈ ਤੁਹਾਨੂੰ ਨੁਕਸਾਨ ਕਰੇਗੀ। ਤਾਂ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਕਿ ਇਹਦਾ ਧਿਆਨ ਰੱਖੋ। ਇਹ ਕੋਈ ਛੋਟੀ ਮੋਟੀ ਬਿਮਾਰੀ ਨਹੀਂ, ਇਹ ਠੰਡ ਦੀ ਬਿਮਾਰੀ ਕਿ ਕਿਸੇ ਨੂੰ ਠੰਡ ਲੱਗ ਜਾਏ ਤੁਸੀਂ ਕੋਟ ਪਾ ਲਓਗੇ, ਇਹ ਬਿਲਕੁਲ ਕੋਈ ਕੰਮ ਨਹੀਂ ਹੈ। ਇਹ ਹੈ ਬਿਮਾਰੀ ਜੋ ਤੁਹਾਡੇ ਵਿੱਚ ਜਾਂਦੀ ਹੈ ਔਰ ਤੁਹਾਨੂੰ ਇਹੋ ਜਿਹੀ ਤੁਹਾਨੂੰ ਕਮਜ਼ੋਰੀ ਆਉਂਦੀ ਹੈ ਕਿ ਬਾਅਦ ਵਿੱਚ ਤੁਹਾਨੂੰ ਤਕਲੀਫ ਬਹੁਤ ਹੁੰਦੀ ਹੈ। ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਪੰਜਾਬ ਦੇ ਵਿੱਚ ਬੇਨਤੀ ਹੈ ਕਿ ਪਲੀਜ਼ ਜੋ ਡਾਕਟਰਾਂ ਨੇ ਕਿਹਾ ਮਾਸਕ ਪਾਓ। ਮੇਰੇ ਅੱਜ ਕਈ ਅਫਸਰ ਡਾਊਨ ਨੇ, ਅੱਜ ਵਿਚਾਰੇ ਕਈ ਸਾਡੇ ਸਾਥੀ ਡਾਊਨ ਨੇ। ਕਿਉਂ ਡਾਊਨ ਨੇ? ਕਿਉਂਕਿ ਇਹਨੇ ਸਾਡੀ ਡਿਊਟੀ ਹੈ ਲੋਕਾਂ ਨੂੰ ਮਿਲਣਾ। ਜਦ ਅਸੀਂ ਲੋਕਾਂ ਨੂੰ ਮਿਲਦੇ ਹਾਂ, ਸਾਡੇ ਆਫਿਸਰਸ ਦੀ ਡਿਊਟੀ ਹੈ ਲੋਕਾਂ ਨੂੰ ਮਿਲਣਾ। ਉਹ ਕਿਸੇ ਦੇ ਕਿਸੇ ਬਿਮਾਰੀ ਹੋ ਜਾਂਦੀ। ਹੁਣ ਇਹ ਜਿਹੜੇ 240 ਕੱਲ੍ਹ ਪਹੁੰਚੇ ਨੇ ਅੰਮ੍ਰਿਤਸਰ, 8 ਬੰਦੇ ਉਹਨਾਂ ਦੇ ਪੋਜ਼ੀਟਿਵ ਨਿਕਲੇ ਨੇ ਔਰ ਉਹਨਾਂ ਨੂੰ ਅਸੀਂ ਉੱਥੇ ਕੀਤਾ ਹੋਇਆ ਕੁਆਰੰਟੀਨ। ਇਹੀ ਦਿੱਲੀ ਦੇ ਵਿੱਚ ਹੋਇਆ, ਉੱਥੇ ਵੀ ਇੱਕ ਕੋਈ ਜਹਾਜ਼ ਆ ਗਿਆ ਸੀ ਕਿਤੋਂ ਉੱਥੇ ਹੋਇਆ। ਸੋ ਇਹ ਕੰਮ ਮੁੱਕਿਆ ਨਹੀਂ ਹਾਲੇ, ਇਹ ਵੱਧ ਰਿਹਾ। ਜ਼ਰੂਰ ਹੈ ਕਮੀ, ਜ਼ਰੂਰ ਹੈ। ਜੈਸੇ ਮੈਂ ਹੁਣ ਤੁਹਾਨੂੰ ਦੱਸਿਆ ਕਿ 290 ਬੰਦਿਆਂ ਨੂੰ ਕੱਲ੍ਹ ਹੋਇਆ, ਉਹਦੇ ਵਿੱਚ ਪਰ 18 ਦੀ ਮੌਤ ਵੀ ਹੋਈ ਹੈ। 18 ਦੀ ਮੌਤ ਹੈ। ਔਰ ਇਹ ਅੱਜ ਹਾਈ ਡਿਪੈਂਡੈਂਸੀ ਯੂਨਿਟ ਆਕਸੀਜਨ 'ਤੇ 133 ਨੇ
ਔਰ ਜੋ ਹਸਪੀਟਲ ਆਈਸੋਲੇਸ਼ਨ ਫੈਸਿਲਿਟੀਜ਼ ਅੱਜ ਰੱਖੇ ਨੇ ਅਸੀਂ, ਉਹ 82 ਨੇ। ਇਹ ਖਤਰਨਾਕ ਬਿਮਾਰੀ ਹੈ। ਔਰ ਮੈਂ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ, ਆਪਣੇ ਬੱਚਿਆਂ ਨੂੰ ਬਚਾਓ, ਆਪਣੇ ਆਪ ਨੂੰ ਬਚਾਓ, ਔਰ ਆਪਣੇ ਪੰਜਾਬ ਮਹੱਲੇ ਸਾਰੇ ਦੋਸਤ ਮਿੱਤਰਾਂ ਨੂੰ ਬਚਾਓ। ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਮੇਰੀ ਪ੍ਰਵਾਨ ਕਰੋਗੇ ਗੱਲ, ਔਰ ਇਸ ਨੂੰ ਪਲੀਜ਼ ਆਪਣੇ ਬੱਚਿਆਂ ਨੂੰ ਔਰ ਸਾਰਿਆਂ ਨੂੰ ਸਮਝਾਓ ਕਿ ਆਪਾਂ ਨੇ ਆਪਣੇ ਸੂਬੇ ਨੂੰ ਐਂ ਰੱਖਣਾ ਹੈ। ਇਹ ਹਾਲਾਤ ਸੁਧਰਦੇ ਜਾ ਰਹੇ ਨੇ, ਬਸ ਐਂ ਚੱਲਦਾ ਰਹੇ ਤਾਂ ਕਿ ਅਸੀਂ ਇਸ ਮਿਸ਼ਨ ਫਤਿਹ ਜਿਹੜਾ ਸਾਡਾ ਇਹ ਖਤਮ ਕਰਨ ਦਾ, ਇਹ ਬਿਮਾਰੀ ਨੂੰ ਖਤਮ ਕਰਨ ਦਾ, ਉਹ ਸਾਡੀ ਫਤਿਹ ਹੀ ਫਤਿਹ ਹੋਵੇ। ਬਹੁਤ ਧੰਨਵਾਦ ਤੁਹਾਡਾ। ਜੈ ਹਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।